हरियाणा सिख गुरुद्वारा मैनेजमेंट कमेटी ਲਈ ਹੁਣ ਨਵੇਂ ਸਿਰੇ ਤੋਂ ਵੋਟਾਂ ਬਣਨਗੀਆਂ। ਜੋ ਵੋਟ ਪ੍ਰਕਿਰਿਆ ਦਾ ਕੰਮ ਚੱਲ ਰਿਹਾ ਸੀ ਉਹ ਹੁਣ ਨਵੇਂ ਸਿਰੇ ਤੋਂ ਸ਼ੁਰੂ ਹੋਊਗਾ। ਇਹ ਬਿਆਨ ਦਿੱਤਾ ਹੈ ਹਰਿਆਣਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ। ਉਹਨਾਂ ਕਿਹਾ ਹੈ ਕਿ ਡੇਰਾ ਸਮਰਥਕਾਂ ਤੇ ਨਿਰੰਕਾਰੀਆਂ ਦੇ ਵੋਟ ਨਹੀਂ ਬਣਨਗੇ ਔਰ ਪਿਛਲੇ ਦਿਨੀ ਜਿਹੜੇ ਵੋਟ ਬਣੇ ਨੇ ਉਹ ਸਾਰੇ ਵੋਟ ਰੱਦ ਹੋਣਗੇ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਨੂੰ ਮੰਨਣ ਵਾਲਾ ਸਿੱਖ ਹੀ ਵੋਟਰ ਹੋ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵਿਅਕਤੀ ਦੀ ਵੋਟ ਨਹੀਂ ਬਣਾਈ ਜਾਏਗੀ। ਬਦਲਾਅ ਤੋਂ ਬਾਅਦ ਨਵਾਂ ਫਾਰਮ ਤਿਆਰ ਕੀਤਾ ਗਿਆ ਹੈ। ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਸਵਾਲ ਪਿਛਲੇ ਦਿਨੀ ਚੱਕੇ ਗਏ ਸੀ। ਉਹਨਾਂ ਕਿਹਾ ਸੀ ਕਿ ਹਰਿਆਣਾ ਦੇ ਵਿੱਚ ਗੈਰ ਸਿੱਖਾਂ ਦੀਆਂ ਯਾਨੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਕਿਸੇ ਡੇਰੇ ਦੇ ਫਾਲੋਅਰ ਨੇ ਜਾਂ ਨਿਰੰਕਾਰੀ ਨੇ, ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ। ਜਿਸ ਤੋਂ ਬਾਅਦ ਹਰਿਆਣਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦਾ ਇਹ ਬਿਆਨ ਆਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੋਟ ਹੁਣ ਤੱਕ ਬਣੇ ਨੇ ਉਹ ਸਾਰੇ ਰੱਦ ਹੋਣਗੇ ਤੇ ਨਵੇਂ ਸਿਰੇ ਤੋਂ ਹਰਿਆਣਾ ਕਮੇਟੀ ਦੀਆਂ ਵੋਟਾਂ, ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਲਈ ਵੋਟ ਪ੍ਰਕਿਰਿਆ ਦਾ ਕੰਮ ਸ਼ੁਰੂ ਹੋਏਗਾ। ਇੱਕ ਨਵਾਂ ਫਾਰਮ ਤਿਆਰ ਕੀਤਾ ਗਿਆ ਹੈ ਤੇ ਉਸੇ ਫਾਰਮ ਦੇ ਆਧਾਰ ਤੇ ਅੱਗੇ ਵੋਟਾਂ ਬਣਾਈਆਂ ਜਾਣਗੀਆਂ। तारीसी फार्म में गलत छपा था, उसमें लिखा नहीं था गया कि मैं गुरु ग्रंथ साहब और 10 गुरुओं को मानता है। ये लिखा नहीं था गया, अब लिखा गया है फार्म सही हो। तो कितनी वोट बन गई थी? सारी रद्द हो जाएंगी? सारी रद्द हो जाएगी। 2,03,000 वोट बन गई, जो सारी रद्द होगी। नवी वोट बनेगी, अब नवे वोट फार्म बनेंगे। इसके अलावा परेशानी क्या आ रही थी? मतलब किसी और के वोट बन रहे थे? डेरेदारों के वोट बन रहे थे, इसीलिए सीएम साहब को मिले थे भी डेरेदार वोट बनाना है, फार्म दोबारा छपाओ। और फार्म छाप के आए भी मैं गुरु ग्रंथ साहब और गुरु 10 गुरुओं को मानता हूँ, इसीलिए फार्म लिया। दोबारा से डेरा संत निरंकारी या ब्यास के वोट बनते हैं, डेरा ब्यास के, तो आप लोग क्या करेंगे? आप कैसे एक्शन लेंगे? हम उनके शिकायत करेंगे, हम देखेंगे, हमारे मुलाजिम देखेंगे, सिख जगत देखेगा, हमारी यहाँ कमेटियाँ देखेंगी, उनके वोट कटाएंगे, नहीं बनने देंगे। अब तो फार्म में लिखा गया जो गुरु को मानेगा उसके वोट बने। कई लोग झूठ भी बोलेंगे, आपको लगता है? बोलेंगे तो उनका क्या रहेगा? कुछ नहीं रहेगा उनका। हम आपके इरादे से करते हैं, झूठ नहीं बोलना चाहिए, सच बोलना चाहिए। जो गुरु को मानने वाला उसकी वोट। वो दिक्कत आ रही थी फार्म में गलत छपा था, उसमें लिखा नहीं था गया कि मैं गुरु ग्रंथ साहब और 10 गुरुओं को मानता है। ये लिखा नहीं था गया, अब लिखा गया है फार्म सही हो। तो कितनी वोट बन गई थी? सारी रद्द हो जाएंगी? सारी रद्द हो जाएगी। 2,03,000 वोट बन गई, जो सारी रद्द होगी। नवी वोट बनेगी, अब नवे वोट फार्म बनेंगे। इसके अलावा परेशानी क्या आ रही थी? मतलब किसी और के वोट बन रहे थे? डेरेदारों के वोट बन रहे थे, इसीलिए सीएम साहब को मिले थे भी डेरेदार वोट बनाना है, फार्म दोबारा छपाओ। और फार्म छाप के आए भी मैं गुरु ग्रंथ साहब और गुरु 10 गुरुओं को मानता हूँ, इसीलिए फार्म लिया। सीएम से कहाँ मुलाकात हुई थी सर कल? ਤਾਂ ਨਵੇਂ ਸਿਰੇ ਤੋਂ ਵੋਟਾਂ ਬਣ ਗਈਆਂ। ਹਰਿਆਣਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਕਰੀਬ 2.25 ਲੱਖ ਵੋਟਾਂ ਬਣ ਚੁੱਕੀਆਂ ਸੀ ਔਰ ਹੁਣ ਇਹ ਸਾਰੀਆਂ ਵੋਟਾਂ ਰੱਦ ਹੋਣਗੀਆਂ। ਫਾਰਮ ਨਵੇਂ ਸਿਰੇ ਤੋਂ ਬਣਨਗੇ ਔਰ ਉਸ ਦੇ ਵਿੱਚ ਇੱਕ ਕਾਲਮ ਜੋੜਿਆ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ। ਇਹ ਫਾਰਮ ਤੇ ਦਸਤਖਤ ਕਰਨੇ ਹੋਣਗੇ। ਐਫੀਡੇਵਿਟ ਇੱਕ ਤਰੀਕੇ ਨਾਲ ਹੈ ਜਾਂ ਅੰਡਰਟੇਕਿੰਗ ਇਸ ਨੂੰ ਕਹਿ ਸਕਦੇ ਆ, ਇਹ ਦੇਣੀ ਹੋਏਗੀ ਤੇ ਫਿਰ ਉਹ ਵਿਅਕਤੀ ਆਪਣੀ ਵੋਟ ਬਣਾ ਸਕਦਾ ਹੈ। ਹਾਲਾਂਕਿ ਫਿਰ ਵੀ ਇਹ ਅਸ਼ੋਰ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਸੇ ਹੋਰ ਡੇਰੇ ਨੂੰ ਜਾਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਕਿਉਂਕਿ ਫਾਰਮ ਦੇ ਵਿੱਚ ਲਿਖ ਕੇ ਦੇਣਾ, ਜੇ ਕਿਸੇ ਨੇ ਟਿਕ ਕਰਤਾ ਤਾਂ ਉਸ ਚੀਜ਼ ਨੂੰ ਉਸ ਨੂੰ ਜਾਂਚਣਾ ਬੇहद ਮੁਸ਼ਕਿਲ ਕੰਮ ਹੈ। ਪਰ ਫਿਰ ਵੀ ਇੱਕ ਕਾਲਮ ਉਹਨਾਂ ਨੇ ਕਿਹਾ ਕਿ ਐਡ ਕੀਤਾ ਜਾਏਗਾ ਜਾਂ ਐਡ ਕੀਤਾ ਗਿਆ ਹੈ। ਨਵੇਂ ਸਿਰੇ ਤੋਂ ਜਿਹੜੇ ਫਾਰਮ ਬਣਾਏ ਜਾ ਰਹੇ ਨੇ ਔਰ ਉਹਨਾਂ ਦੇ ਮੁਤਾਬਕ ਵੋਟਾਂ ਨਵੇਂ ਸਿਰੇ ਤੋਂ ਬਣਾਈਆਂ ਜਾਣ।